ਸੂਬੇਦਾਰ ਸ਼ਿਵ ਸਿੰਘ ਦੀ ਕਿਤਾਬ ਸਾਡਾ ਸੱਭਿਆਚਾਰਕ ਵਿਰਸਾ ਨਹੀਂ ਲੱਭਣੇ ਰੰਗ ਵਾਚੇ ਦਾ ਚੌਥਾ ਅਧਿਆਇ ਭਾਗ 2 ਕੱਪੜਾ ਤੇ ਉਸ ਤੋਂ ਬਣੇ ਵਸਤਰ ਤੇ ਹੋਂਦ ਵਿੱਚ ਆਏ ਫੈਸ਼ਨ। ਸਿਰ ਦੇ ਹੋਰ ਵਸਤਰ। ਮਨੁੱਖੀ ਸਰੀਰ ਦੇ ਉੱਪਰਲੇ ਹਿੱਸੇ ਸਿਰ ਦੇ ਵਾਸਤੇ ਹੋਰ ਵਸਤਰ ਵੀ ਹਨ ਤੇ ਔਰਤਾਂ ਵਾਸਤੇ ਸਿਰ ਢੱਕਣ ਲਈ ਵਸਤਰਾਂ ਦੇ ਕਈ ਨਾਂ ਹਨ, ਜਿਵੇਂ ਚੁੰਨੀ, ਲੀੜਾ, ਪੱਲਾ, ਫੁਲਕਾਰੀ, ਸ਼ਾਲ ਤੇ ਦੁਪੱਟਾ ਵਗੈਰਾ ਵਗੈਰਾ। ਇਹਨਾਂ ਸਭ ਵਸਤਰਾਂ ਦੀ ਅਹਿਮੀਅਤ ਵੀ ਪਗੜੀ ਤੋਂ ਘੱਟ ਨਹੀਂ ਹੈ। ਫਰਕ ਸਿਰਫ ਇਹ ਹੈ ਕਿ ਪਗੜੀ ਮਨੁੱਖ ਦੇ ਸਰੀਰ ਉੱਪਰ ਸਜਾਈ ਜਾਂਦੀ ਹੈ, ਪਰ ਬੀਬੀਆਂ ਆਪਣੇ ਇਸ ਵਸਤਰ ਨੂੰ ਸਰੀਰ ਉੱਪਰ ਲਪੇਟਦੀਆਂ ਬੁੱਕਲ ਮਾਰਦੀਆਂ ਨੇ। ਦੂਸਰਾ ਫਰਕ ਵਸਤਰ ਵਾਲੇ ਕੱਪੜੇ ਦੀ ਲੰਬਾਈ ਦਾ ਹੁੰਦਾ ਹੈ। ਇਸ ਤੋਂ ਬਗੈਰ ਮਨੁੱਖੀ ਸਰੀਰ ਦੇ ਸਿਰ ਉੱਤੇ ਰੱਖਣ ਵਾਸਤੇ ਅਗਲਾ ਵਸਤਰ ਟੋਪੀ ਵੀ ਹੁੰਦਾ ਹੈ। ਇਸ ਨੂੰ ਸਿੱਖ ਸਮਾਜ ਤੋਂ ਬਗੈਰ ਦੂਸਰੇ ਲਗਭਗ ਸਾਰੇ ਸਮਾਜੀ ਵਰਤਦੇ ਹਨ। ਇਸ ਦੀਆਂ ਵੀ ਕਈ ਵੱਖ-ਵੱਖ ਵੰਨਗੀਆਂ ਹੁੰਦੀਆਂ ਹਨ ਜੋ ਧਾਰਮਿਕ, ਰਾਜਨੀਤਿਕ ਤੇ ਆਮ ਸਮਾਜ ਵਾਸਤੇ ਵੱਖ-ਵੱਖ ਰੰਗਾਂ, ਸ਼ਕਲਾਂ ਤੇ ਆਕਾਰ ਵਿੱਚ ਵੰਡ ਕੇ ਕਈ ਰੂਪਾਂ ਵਿੱਚ ਬਣਵਾਈਆਂ ਜਾਂਦੀਆਂ ਹਨ, ਜੋ ਉਹਨਾਂ ਦੀ ਪਛਾਣ ਵੀ ਬਣਦੀ ਹੈ। ਫੌਜੀ ਜੀਵਨ ਵੇਲੇ ਲੜਾਈ ਦੇ ਮੈਦਾਨ ਵਿੱਚ ਆਦਮੀ ਸਰੀਰ ਦੇ ਸਿਰ ਨੂੰ ਗੋਲੀ ਲੱਗਣ ਤੋਂ ਸੁਰੱਖਿਅਤ ਰੱਖਣ ਲਈ ਸਟੀਲ ਹੈਲਮਟ ਯਾਨੀ ਲੋਹੇ ਦਾ ਟੋਪ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਦੋ ਪਹੀਆ ਵਾਹਨ ਚਲਾਉਣ ਵਾਲੇ ਚਾਲਕ ਵਾਸਤੇ ਸਟੀਲ ਦਾ ਹੈਲਮਟ ਪਾਉਣਾ ਜ਼ਰੂਰੀ ਹੁੰਦਾ ਹੈ। ਮੇਰੇ ਆਪਣੇ ਵਿਚਾਰ। ਮੈਂ ਇੱਥੇ ਮਾਨਵਤਾ ਦੇ ਭਲੇ ਵਾਸਤੇ ਪਗੜੀ ਸਜਾ ਕੇ ਜਾਂ ਟੋਪ ਪਾ ਕੇ ਦੋ ਪਹੀਆ ਵਾਹਨ ਚਲਾਉਣ ਵਾਸਤੇ ਜ਼ਰੂਰੀ ਵਰਤੋਂ ਦੇ ਬਾਰੇ ਆਪਣੇ ਵਿਚਾਰ ਦੱਸ ਦੇਣਾ ਜ਼ਰੂਰੀ ਸਮਝਦਾ ਹਾਂ। ਦੋ ਜਾਂ ਚਾਰ ਪਹੀਆ ਵਾਹਨ ਨੂੰ ਚਲਾਉਣ ਵਾਸਤੇ ਪਗੜੀ ਸਜਾਉਣੀ ਜਾਂ ਟੋਪ ਦੀ ਵਰਤੋਂ ਤੇ ਸੀਟ ਬੈਲਟ ਲਾਉਣੀ ਜ਼ਰੂਰੀ ਹੈ, ਜਿਸ ਨੂੰ ਕਦੇ ਵੀ ਜਾਂ ਭੁੱਲ ਕੇ ਵੀ ਸਜ਼ਾ ਨਹੀਂ ਸਮਝਣੀ ਚਾਹੀਦੀ। ਇਸ ਦਾ ਸਗੋਂ ਨਿੱਜ ਦੇ ਭਲੇ ਵਾਸਤੇ ਤੇ ਅਚਾਨਕ ਮੁਸ਼ਕਲ ਦਾ ਸਮਾਂ ਆ ਜਾਣ ਵੇਲੇ ਜ਼ਿੰਦਗੀਆਂ ਨੂੰ ਬਚਾਉਣ ਵਾਸਤੇ ਜ਼ਰੂਰੀ ਹੁੰਦਾ ਹੈ। ਦੂਜਾ, ਆਪਣੀ ਜ਼ਿੰਦਗੀ ਆਪ ਬਚਾਉਣ ਵਾਸਤੇ ਸਾਡਾ ਨੈਤਿਕ ਫਰਜ਼ ਵੀ ਹੈ। ਪੁਲਿਸ ਦੀ ਗੈਰ ਮੌਜੂਦਗੀ ਵੇਲੇ ਹੈਲਮਟ ਉਤਾਰ ਕੇ ਸੀਟ ਬੈਲਟ ਖੋਲ੍ਹ ਗੱਡੀ ਬਹੁਤ ਤੇਜ਼ ਕਰਨੀ, ਗਲਤ ਲੇਨ ਦੀ ਵਰਤੋਂ ਕਰਨੀ ਤੇ ਰੈੱਡ ਲਾਈਟ ਜੰਪ ਕਰਨਾ, ਇਹ ਚੁਸਤੀ ਤੇ ਚਲਾਕੀ ਪੁਲਿਸ ਦੇ ਅੱਖੀਂ ਕੱਟਾ ਪਾਉਣ ਨਾਲ ਧੋਖਾ ਕਰਨਾ ਨਹੀਂ, ਸਗੋਂ ਆਪਣੇ ਆਪ ਨੂੰ ਧੋਖਾ ਦੇਣਾ ਹੁੰਦਾ ਹੈ। ਮੈਂ ਤਾਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਵਾਹਨ ਚਾਲਕ ਪਗੜੀ ਕੱਸ ਖਿੱਚ ਕੇ ਸਜਾਉਣ ਜਾਂ ਠਾਠੀ ਬੰਨ੍ਹ ਲੈਣ ਤੇ ਸਿੱਖ ਅਤੇ ਕੌਰ ਸ਼ਬਦ ਆਪਣੇ ਨਾਂ ਨਾਲ ਲਗਾਉਣ ਵਾਲੀਆਂ ਔਰਤਾਂ ਧਾਰਮਿਕ ਲਾਹਾ ਲੈਣ ਦੀ ਥਾਂ ਆਪਣੀ ਜ਼ਿੰਦਗੀ ਬਚਾਉਣ ਵਿੱਚ ਪਹਿਲ ਦੇਣ, ਕਿਉਂਕਿ ਜ਼ਿੰਦਗੀ ਅਨਮੋਲ ਹੁੰਦੀ ਹੈ, ਦੁਬਾਰਾ ਨਹੀਂ ਮਿਲਦੀ ਤੇ ਨਾ ਹੀ ਟੁੱਟਿਆ ਭੱਜਿਆ ਸਰੀਰ ਪਹਿਲੇ ਵਰਗਾ ਬਣਦਾ। ਇਸ ਉੱਤੇ ਤਰਸ ਕਰਨਾ ਜ਼ਰੂਰੀ ਹੈ। ਸਰੀਰ ਦੇ ਵਸਤਰ। ਸਰੀਰ ਦੇ ਸਿਰ ਤੋਂ ਹੇਠਲੇ ਹਿੱਸੇ ਦੇ ਵਸਤਰਾਂ ਦੀ ਗਿਣਤੀ ਬਹੁਤ ਜ਼ਿਆਦਾ, ਨਾਲ ਹੀ ਕੱਪੜੇ ਦੀ ਬਣਤਰ ਅਤੇ ਕਿਸਮਾਂ ਦੀ ਗਿਣਤੀ ਵੱਧਦੀ ਹੀ ਨਹੀਂ ਰਹੀ ਹੋਏਗੀ, ਸਗੋਂ ਸੁਧਾਰ ਦੇ ਯਤਨ ਵੀ ਚੱਲਦੇ ਰਹੇ ਹੋਣਗੇ। ਸੁਧਾਰ ਹੋਣਾ ਅਤੇ ਸਮੇਂ ਦੇ ਅੱਗੇ ਵੱਲ ਵੱਧਦੇ ਰਹਿਣ ਕਰਕੇ ਕੱਪੜਾ ਸੱਭਿਆਚਾਰ ਵਿੱਚ ਹੁਣ ਤੱਕ ਬਹੁਤ ਹੀ ਨਿਖਾਰ ਆ ਚੁੱਕਿਆ ਹੈ। ਹੁਣ ਤਾਂ ਕੱਪੜੇ ਦੀਆਂ ਕਿਸਮਾਂ ਅਤੇ ਬਣਤਰਾਂ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ, ਜਿਨ੍ਹਾਂ ਦਾ ਨਾਂ ਲਿਖਣਾ ਤੇ ਗਿਣਤੀ ਕਰਨੀ ਮੁਸ਼ਕਿਲ ਹੈ। ਕੱਪੜੇ ਦੀ ਬਣਤਰ ਅਤੇ ਕਿਸਮਾਂ ਦੇ ਨਾਂ ਸਿਰਫ ਮਾਹਰ ਦੁਕਾਨਦਾਰ ਜਾਂ ਵਪਾਰੀ ਹੀ ਦੱਸ ਸਕਦੇ ਹਨ। ਕੱਪੜਾ ਸੱਭਿਆਚਾਰ ਨੇ ਇਸ ਵੇਲੇ ਬਹੁਤ ਤਰੱਕੀ ਕੀਤੀ ਹੈ ਅਤੇ ਅਗਾਂਹ ਵੱਲ ਫਿਰ ਚਾਲੂ ਹੈ। ਹੋ ਸਕਦਾ ਆਉਣ ਵਾਲੇ ਅਗਲੇ ਸਾਲਾਂ ਵਿੱਚ ਕੱਪੜਾ ਸੱਭਿਆਚਾਰ ਹੋਰ ਬਹੁਤ ਅੱਗੇ ਵੱਧ ਜਾਵੇਗਾ। ਅੱਜ ਤੋਂ 70-75 ਸਾਲ ਪਹਿਲੋਂ ਬਚਪਨ ਵੇਲੇ ਜਦੋਂ ਮੈਂ ਦੇਖਦਾ ਹੁੰਦਾ ਸੀ, ਉਸ ਦੀ ਧੁੰਦਲੀ ਜਿਹੀ ਤਸਵੀਰ ਜੋ ਮੇਰੇ ਚੇਤੇ ਵਿੱਚ ਆਉਂਦੀ ਹੈ, ਉਸ ਵੇਲੇ ਤਰੱਕੀ ਹੁਣ ਵਰਗੀ ਨਹੀਂ ਸੀ। ਪਿੰਡ ਵਿੱਚ ਕਿਸੇ ਦਿਨ ਕੱਪੜੇ ਦੀ ਡੱਗੀ ਵਾਲੇ ਭਾਈ 20 ਗਲੀਆਂ ਵਿੱਚ ਆਉਂਦੇ ਤੇ ਕੱਪੜੇ ਦੀਆਂ ਕਿਸਮਾਂ ਦੇ ਨਾਂ ਲੈ ਕੇ ਹੋਕਾ ਦਿੰਦੇ, ਕਹਿੰਦੇ ਹੁੰਦੇ ਸਨ, ਲੱਠਾ, ਖਾਸਾ, ਮਲਮਲ ਤੇ ਗਬਰੂਨਾ ਲੈ ਲਓ। ਮੈਨੂੰ ਲੱਠੇ ਤੇ ਮਲਮਲ ਵਾਲੇ ਕੱਪੜੇ ਦੀ ਤਾਂ ਪਛਾਣ ਜ਼ਰੂਰ ਹੋ ਗਈ ਸੀ, ਪਰ ਖਾਸਾ ਤੇ ਗਬਰੂਨ ਕਿਸਮ ਦੇ ਕੱਪੜੇ ਦੀ ਪਛਾਣ ਹੁਣ ਤੱਕ ਵੀ ਨਹੀਂ ਹੈ। ਗੱਭਰੂਆਂ ਦੇ ਤੇੜ ਬੰਨ੍ਹਣ ਵਾਸਤੇ ਅਤੇ ਮੰਜੇ ਦੇ ਬਿਸਤਰੇ ਉੱਤੇ ਵਿਛਾਉਣ ਵਾਸਤੇ ਲੱਠੇ ਦੀ ਚਾਦਰ। ਵੈਸੇ ਇਸ ਨਾਲ ਸੰਬੰਧਿਤ ਇੱਕ ਗੀਤ ਵੀ ਹੈ, ਜਿਵੇਂ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ। ਪਗੜੀ ਸਿਰਫ ਮਲਮਲ ਦੀ ਹੀ ਹੁੰਦੀ ਸੀ, ਜੋ ਰਿਸ਼ਤੇਦਾਰੀ ਵਿੱਚ ਜਾਣ ਵਾਸਤੇ ਸਪੈਸ਼ਲ ਖਰੀਦੀ ਹੁੰਦੀ ਸੀ। ਕੱਪੜਾ ਵੇਚਣ ਵਾਲੇ ਭਾਈ ਇੱਕ ਚਾਦਰ ਵਿੱਚ ਖੂੰਜਿਆਂ ਦੀ ਸੇਧ ਵੱਲ ਹੇਠਾਂ ਉੱਪਰ ਥਾਨ ਰੱਖ ਲੈਂਦੇ ਤੇ ਚਾਦਰ ਦੇ ਦੋ ਖੂੰਜੇ ਥਾਨਾਂ ਉੱਪਰ ਲਪੇਟਦੇ ਤੇ ਦੂਸਰੇ ਦੋ ਖੂੰਜਿਆਂ ਨੂੰ ਡਿਊਡੀ ਗੰਢ ਮਾਰ ਕੇ ਉਹਨਾਂ ਢਿੱਲੇ ਖੂੰਜਿਆਂ ਤੋਂ ਬਣੀ ਡੱਗੀ ਨੂੰ ਆਪਣੇ ਇੱਕ ਮੋਢੇ ਦੇ ਪਿਛਲੇ ਪਾਸੇ ਟੰਗ ਕੇ ਦੂਸਰੇ ਹੱਥ ਵਿੱਚ ਕੱਪੜਾ ਨਾਪਣ ਵਾਲਾ ਗੱਜ ਫੜ ਕੇ 20 ਵਿੱਚ ਗੇੜਾ ਮਾਰਿਆ ਕਰਦੇ ਸਨ। ਕੱਪੜਾ ਖਰੀਦਣ ਦੀ ਲੋੜਵੰਦ ਬੀਬੀ ਜਦ ਉਹਨਾਂ ਨੂੰ ਕੱਪੜਾ ਦਿਖਾਉਣ ਵਾਸਤੇ ਕਹਿੰਦੀ, ਤਦ ਉਹ ਆਪਣੀ ਇੱਕ ਹੱਥ ਮੈਲੀ ਦੀ ਚਾਦਰ ਜ਼ਮੀਨ ਜਾਂ ਮੰਜੇ 'ਤੇ ਵਿਛਾ ਕੇ ਡੱਗੀ ਵਿਚਲੇ ਸਾਰੇ ਥਾਨ ਉਸੇ ਚਾਦਰ ਉੱਤੇ ਰੱਖ ਕੇ ਖੋਲ੍ਹ ਖਿਲਾਰ ਦਿੰਦੇ ਤੇ ਆਪ ਨੇੜੇ ਹੀ ਹੱਥ ਵਿੱਚ ਗਜ਼ ਫੜ ਕੇ ਆਪਣਾ ਇੱਕ ਗੋਡਾ ਮੋੜ ਕੇ ਦੂਸਰਾ ਮੋੜਿਆ ਹੋਇਆ ਗੋਡਾ ਪਹਿਲੇ ਦੇ ਉੱਪਰ ਰੱਖ ਕੇ ਟੇਢੇ ਜਿਹੇ ਹੋ ਕੇ ਬੈਠ ਜਾਂਦਾ ਸੀ। ਕੱਪੜਾ ਖਰੀਦ ਤੇ ਵੇਚਦੇ ਭਾਅ ਦੀ ਸਹਿਮਤੀ ਹੋਏ ਤੋਂ ਮਗਰੋਂ ਕੱਪੜਾ ਨਾਪ ਕੇ ਕੈਂਚੀ ਨਾਲ ਟੱਕ ਲਾ ਕੇ ਭਾਈ ਦੋਨੋਂ ਹੱਥਾਂ ਦੀਆਂ ਦੋਵੇਂ ਉਂਗਲੀਆਂ ਕੱਪੜੇ ਦੇ ਟੱਕ ਨੇੜੇ ਰੱਖ ਬਣਾਉਟੀ ਤਾਕਤ ਨਾਲ ਕੱਪੜਾ ਪਾੜਦਾ, ਜਿਵੇਂ ਉਹ ਕੱਪੜਾ ਬਹੁਤ ਹੰਢਣ ਵਾਲਾ ਹੁੰਦਾ ਹੈ। ਨਾਲ ਉਹ ਮੂੰਹ ਦੇ ਬੁੱਲ੍ਹਾਂ ਨੂੰ ਵਿੰਗਾ ਜਿਹਾ ਕਰਕੇ ਕੱਪੜਾ ਪਾਟਣ ਸਮੇਂ ਜੋ ਜ਼ੋਰ ਲੱਗਿਆ ਹੁੰਦਾ ਉਹ ਮੂੰਹ ਬਣਾ ਕੇ ਦਿਖਾਉਂਦਾ।
ਉਹਨਾਂ ਦਿਨਾਂ ਵਿੱਚ ਇੱਕ ਹੋਰ ਬੋਸਕੀ ਨਾਂ ਵਾਲਾ ਤੇ ਪੈਰਾਸੂਟ ਵਾਲਾ ਕੱਪੜਾ ਵੀ ਹੋਂਦ ਵਿੱਚ ਆ ਚੁੱਕਿਆ ਸੀ ਤੇ 576 ਗਿਣਤੀ ਦੀ ਮਲਮਲ, ਜੋ ਬਹੁਤ ਬਰੀਕ ਕੱਪੜਾ ਹੁੰਦਾ ਸੀ, ਜਿਸ ਨੂੰ ਢਾਕਾ, ਹੁਣ ਬੰਗਲਾਦੇਸ਼ ਦੀ ਰਾਜਧਾਨੀ ਵਾਲਾ ਸ਼ਹਿਰ ਦੀ ਬਣੀ ਮਲਮਲ ਕਿਹਾ ਜਾਂਦਾ ਸੀ। ਉਸ ਮਲਮਲੀ ਕੱਪੜੇ ਦੀਆਂ 7 ਤਹਿਆਂ ਵੀ ਲਾ ਦਿਓ ਤਦ ਵੀ ਉਸ ਦੀ ਮੋਟਾਈ ਤੇ ਦਿੱਖ ਸਿਰਫ ਇੱਕ ਤਹਿ ਵਰਗੀ ਹੀ ਦਿਸਦੀ ਹੁੰਦੀ ਸੀ। ਉਸ ਵੇਲੇ ਅੰਗਰੇਜ਼ੀ ਰਾਜ ਸੀ ਤੇ ਢਾਕਾ ਸ਼ਹਿਰ ਭਾਰਤ ਦਾ ਹਿੱਸਾ ਸੀ। ਤਦ ਸੁਣਨ ਵਿੱਚ ਆਇਆ ਸੀ ਕਿ ਅੰਗਰੇਜ਼ ਹਕੂਮਤ ਇਸ ਮਲਮਲ ਦੇ ਕੱਪੜੇ ਨੂੰ ਇੰਨਾ ਜ਼ਿਆਦਾ ਬਰੀਕ ਬਣਾਉਣ ਦੀ ਨਿਕਲੀ ਭਾਰਤੀ ਬੁਨਕਰਾਂ ਵੱਲੋਂ ਕਾਢ ਨੂੰ ਬਰਦਾਸ਼ਤ ਨਹੀਂ ਸੀ ਕਰ ਸਕੀ, ਜਿਸ ਕਰਕੇ ਅੰਗਰੇਜ਼ਾਂ ਨੇ ਈਰਖਾ ਵਿੱਚ ਆ ਕੇ ਭਾਰਤੀ ਬੁਨਕਰ ਕਾਮਿਆਂ ਦੇ ਹੱਥ ਕਟਵਾ ਦਿੱਤੇ ਸਨ। ਉਸ ਵੇਲੇ ਕੱਪੜਾ ਹੁਣ ਵਾਂਗੂ ਮਜ਼ਬੂਤ ਤੇ ਹੰਡਣ ਵਾਲਾ ਨਹੀਂ ਸੀ ਹੁੰਦਾ, ਕਿਉਂਕਿ ਕੱਪੜਾ ਸੱਭਿਆਚਾਰ ਨੇ ਤਰੱਕੀ ਨਹੀਂ ਕੀਤੀ ਸੀ ਤੇ ਉਸ ਵੇਲੇ ਸੂਤੀ ਕੱਪੜਾ ਜ਼ਿਆਦਾ ਵਰਤੋਂ ਵਿੱਚ ਆਉਂਦਾ ਹੁੰਦਾ ਸੀ, ਜਿਵੇਂ ਖੱਦਰ ਦਾ ਕੱਪੜਾ, ਜਿਸ ਨੂੰ ਪੇਂਡੂ ਜਲਾਹੇ ਹੀ ਪਿੰਡਾਂ ਵਿੱਚ ਖੱਡੀਆਂ ਰਾਹੀਂ ਤਿਆਰ ਕਰਦੇ ਰਹਿੰਦੇ ਸਨ। ਖੱਦਰ ਦਾ ਕੱਪੜਾ ਜਲਾਹੇ ਕਿਵੇਂ ਤਿਆਰ ਕਰਦੇ ਸਨ? ਖੱਦਰ ਦਾ ਸਾਰਾ ਕੱਪੜਾ ਕਪਾਹ ਤੇ ਨਰਮੇ ਦੀਆਂ ਫੁੱਟੀਆਂ ਤੋਂ ਬਣੇ ਸੂਤ ਤੋਂ ਹੀ ਤਿਆਰ ਹੁੰਦਾ ਹੈ। ਕਪਾਹ ਤੇ ਨਰਮਾ ਦੋਵੇਂ ਇੱਕੋ ਹੀ ਜਾਤੀ ਦੀਆਂ ਫਸਲਾਂ ਹਨ, ਜੋ ਕਾਫੀ ਸਮਾਂ ਪਹਿਲਾਂ ਦੋਨੋਂ ਦੇ ਖੇਤਾਂ ਵਿੱਚ ਬੀਜੀਆਂ ਜਾਂਦੀਆਂ ਸਨ। ਪਰ ਇਸ ਤੋਂ ਆਮਦਨੀ ਘੱਟ ਹੁੰਦੀ ਦੇਖ ਕੇ ਕਿਸਾਨ ਇਸ ਫਸਲ ਦੀ ਥਾਂ ਹੁਣ ਝੋਨਾ ਤੇ ਉਸ ਤੋਂ ਮਗਰੋਂ ਆਲੂ ਤੇ ਉਸ ਤੋਂ ਮਗਰੋਂ ਖਰਬੂਜਾ ਜਾਂ ਹਲਵਾਣਾ ਇੱਕ ਸਾਲ ਵਿੱਚ 3 ਫਸਲਾਂ ਦਾ ਫਸਲੀ ਚੱਕਰ ਬਣਾ ਕੇ ਬੀਜਣ ਲੱਗ ਪਏ ਹਨ। ਕਪਾਹ ਤੇ ਨਰਮੇ ਦੀ ਫਸਲ ਇੱਕ ਤਾਂ ਖੇਤ ਨੂੰ ਲੰਮਾ ਸਮਾਂ ਅਪ੍ਰੈਲ ਤੋਂ ਅਕਤੂਬਰ ਤੱਕ 7-8 ਮਹੀਨੇ ਰੋਕੀ ਰੱਖਦੀ ਸੀ, ਦੂਸਰਾ ਇਸ ਨੂੰ ਐਸਾ ਕੀੜਾ ਲੱਗਣ ਲੱਗ ਪਿਆ ਸੀ ਜੋ ਇਸ ਦੇ ਟਿੰਡੇ ਨੂੰ ਕਾਣਾ ਕਰ ਦਿੰਦਾ ਸੀ, ਜਿਸ ਕਰਕੇ ਉਹ ਖਿੜਦਾ ਘੱਟ ਸੀ ਤੇ ਉਸ ਦੇ ਅੰਦਰ ਕਪਾਹ ਦੀਆਂ ਫੁੱਟੀਆਂ ਦੇ ਵਿੱਚ ਵੜ ਕੇ ਲਾਲ ਰੰਗ ਦੀਆਂ ਸੁੰਡੀਆਂ ਕਪਾਹ ਦੇ ਤੰਦਾਂ ਦੇ ਵੜੇਵਿਆਂ ਨੂੰ ਖਰਾਬ ਕਰ ਦਿੰਦੀਆਂ ਸਨ। ਕਪਾਹ ਦੀ ਫਸਲ ਮਾਰਚ-ਅਪ੍ਰੈਲ ਵਿੱਚ ਬੀਜੀ ਜਾਂਦੀ ਸੀ ਤੇ ਅਗਸਤ, ਸਤੰਬਰ ਤੇ ਅਕਤੂਬਰ ਵਿੱਚ ਉਸ ਦੇ ਟਿੰਡੇ ਖਿੜਦੇ ਤੇ ਕਪਾਹ ਦੀਆਂ ਫੁੱਟੀਆਂ ਨੂੰ ਚੁਗਿਆ ਜਾਂਦਾ ਤੇ ਮੰਜੀਆਂ ਉੱਤੇ ਚਾਦਰ ਵਿਛਾ ਕੇ ਧੁੱਪ ਵਿੱਚ ਸੁਕਾਇਆ ਜਾਂਦਾ ਤੇ ਝੰਬਣੀ ਲੱਕੜ ਦੀ ਵਿੰਗੀ ਸੋਟੀ ਨਾਲ ਧੁੱਪ ਵਿੱਚ ਹੀ ਕਪਾਹ ਦੀਆਂ ਫੁੱਟੀਆਂ ਨੂੰ ਝੰਬਿਆ ਅਥਵਾ ਹੋਰ ਕੁੱਟਿਆ ਜਾਂਦਾ ਤਾਂ ਕਿ ਉਹ ਹੋਰ ਖਿੜ ਜਾਣ। ਸੁੱਕੀ ਹੋਈ ਕਪਾਹ ਨੂੰ ਕਪਾਹ ਵੇਲਣ ਵਾਲੇ ਵੇਲਣੇ ਨਾਲ ਵੇਲ ਕੇ ਰੂੰ ਤੇ ਵੜੇਵਿਆਂ ਨੂੰ ਵੱਖੋ ਵੱਖ ਕਰਕੇ ਕੁਝ ਵੜੇਵੇਂ ਤਾਂ ਅਗਲੇ ਬੀਜ ਲਈ ਰੱਖ ਲਏ ਜਾਂਦੇ ਸਨ, ਬਾਕੀ ਦੇ ਉਬਾਲ ਕੇ ਦੁੱਧ ਦੇਣ ਵਾਲੀਆਂ ਮੱਝਾਂ ਗਾਵਾਂ ਨੂੰ ਚਾਰ ਦਿੱਤੇ ਜਾਂਦੇ ਸਨ। ਰੂੰ ਨੂੰ ਕਿਸੇ ਰੂੰ ਪਿੰਜਣ ਵਾਲੇ ਪੇਂਜੇ ਕੋਲੋਂ ਪੰਜਵਾ ਕੇ ਪੂਣੀਆਂ ਬਣਾ ਲਈਆਂ ਜਾਂਦੀਆਂ ਸਨ। ਇਹ ਸਾਰਾ ਕੰਮ ਘਰੇਲੂ ਪਰਿਵਾਰਕ ਬੀਬੀਆਂ ਹੀ ਕਰਦੀਆਂ ਹੁੰਦੀਆਂ ਸਨ। ਪੂਣੀਆਂ ਨੂੰ ਚਰਖੇ ਨਾਲ ਕੱਤ ਕੇ ਗਲੋਟੇ ਬਣਾਏ ਜਾਂਦੇ ਤੇ ਗਲੋਟਿਆਂ ਨੂੰ ਅਟੇਰਨੇ ਨਾਲ ਅਟੇਰ ਕੇ ਅੱਟੀਆਂ ਬਣਾਈਆਂ ਜਾਂਦੀਆਂ ਸਨ। ਜਦੋਂ ਘਰੇਲੂ ਲੋੜ ਵਾਸਤੇ ਖੱਦਰ ਦੇ ਖੇਸ ਜਾਂ ਹੋਰ ਕੁਝ ਬਣਾਉਣ ਦੇ ਭਾਰ ਜੋਗੀਆਂ ਅੱਟੀਆਂ ਹੋ ਜਾਂਦੀਆਂ ਤਾਂ ਕਿਸੇ ਜਲਾਹੇ ਨੂੰ ਸੱਦ ਕੇ ਅੱਟੀਆਂ ਨੂੰ ਤੱਕੜੀ ਨਾਲ ਤੋਲ ਕੇ ਜਲਾਹੇ ਨੂੰ ਦੇ ਦਿੱਤੀਆਂ ਜਾਂਦੀਆਂ ਸਨ ਤੇ ਕੀ ਬਣਵਾਉਣਾ ਹੈ ਜਲਾਹੇ ਨੂੰ ਸਮਝਾ ਦਿੱਤਾ ਜਾਂਦਾ ਸੀ। ਹੁਣ ਜਲਾਹੇ ਦਾ ਕੰਮ ਸ਼ੁਰੂ ਤੇ ਬੀਬੀਆਂ ਦਾ ਕੰਮ ਖਤਮ ਹੋ ਜਾਂਦਾ ਸੀ। ਜਲਾਹਾ ਅੱਟੀਆਂ ਦੇ ਰੂਪ ਵਿੱਚ ਤੋਲੇ ਹੋਏ ਸੂਤ ਦੇ ਧਾਗਿਆਂ ਨੂੰ ਘਰ ਲਿਆ ਕੇ ਬਣਾਉਣ ਵਾਲੇ ਖੱਦਰ ਦੇ ਕੱਪੜੇ ਦੀ ਲੰਬਾਈ ਚੌੜਾਈ ਬਾਰੇ ਹਿਸਾਬ ਲਾ ਕੇ ਤਾਣੇ ਤੇ ਪੇਟੇ ਵਾਸਤੇ ਲਿਆਂਦੇ ਹੋਏ ਸੂਤ ਨੂੰ ਤੋਲ ਕੇ ਵੱਖ-ਵੱਖ ਕਰਦਾ ਸੀ, ਜਿਸ ਵਿੱਚੋਂ ਤਾਣੇ ਵਾਸਤੇ ਰੱਖਿਆ ਸੂਤ ਜਲਾਹੀ ਦੇ ਹਵਾਲੇ ਕਰਕੇ ਤਾਣੇ ਵਾਲੇ ਨੜਿਆਂ ਉੱਪਰ ਲਪੇਟਣ ਵਾਸਤੇ ਦੇ ਦਿੰਦਾ ਤੇ ਆਪ ਤਾਣਾ ਤੰਨਣ ਵਾਲੇ ਕਾਨੇ ਜ਼ਮੀਨ ਉੱਪਰ ਗੱਡ ਕੇ ਸੂਤ ਲਪੇਟੇ ਵਾਲੇ ਨੜੇ ਡੰਡਿਆਂ ਦੇ ਸਿਰਿਆਂ ਤੇ ਜੋੜ ਕੇ ਤਾਣਾ ਤੰਨਣ ਲੱਗ ਪੈਂਦਾ ਸੀ। ਤਾਣਾ ਤੰਨਣ ਦਾ ਕੰਮ ਖਤਮ ਕਰਕੇ ਜਲਾਹਾ ਬੜੇ ਹਿਸਾਬ ਨਾਲ ਤਾਣਾ ਪੁੱਟਦਾ ਤੇ ਸੰਭਾਲ ਲੈਂਦਾ। ਇੱਕ ਵੱਡੀ ਲੋਹੇ ਦੀ ਕੜਾਈ ਵਿੱਚ ਪਾਣੀ ਪਾ ਕੇ ਪਾਣੀ ਵਿੱਚ ਕਣਕ ਦਾ ਆਟਾ ਘੋਲ ਦਿੰਦਾ, ਜਿਸ ਨੂੰ ਪਾਣ ਕਿਹਾ ਜਾਂਦਾ ਸੀ, ਤੇ ਤਾਣੇ ਵਾਲੇ ਸੂਤ ਨੂੰ ਕੜਾਹੀ ਵਾਲੇ ਪਾਣੀ ਵਿੱਚ ਡੋਬ ਦਿੰਦਾ, ਜਿਸ ਨੂੰ ਪਾਣ ਦੇਣਾ ਕਹਿੰਦੇ ਹੁੰਦੇ ਸਨ। ਜਦੋਂ ਪਾਣੀ ਵਿੱਚ ਘੁਲਿਆ ਹੋਇਆ ਆਟਾ ਸੂਤ ਨੂੰ ਚੁੰਬੜ ਜਾਂਦਾ ਤਦ ਪਾਣੀ ਨੂੰ ਧੁੱਪ ਵਿੱਚ ਧਰਤੀ ਤੋਂ 3 ਕੁ ਫੁੱਟ ਉੱਚੀ ਰੱਖ ਕੇ ਸੁਕਾਉਂਦਾ ਤੇ ਤਾਣੀ ਦੇ ਵਿੰਗੇ ਟੇਢੇ ਹੋਏ ਤੰਦਾਂ ਨੂੰ ਕੂਚ ਦੀ ਮਦਦ ਨਾਲ ਸਿੱਧੇ ਕਰ ਲੈਂਦਾ ਹੈ। ਹੁਣ ਸੁੱਕਿਆ ਹੋਇਆ ਤਾਣਾ ਖੱਦਰ ਵਾਲਾ ਕੱਪੜਾ ਬਣਨ ਵਾਸਤੇ ਤਿਆਰ ਹੋ ਜਾਂਦਾ ਹੈ ਤਦ ਤਨ ਤੇ ਤਾਣੀ ਗੱਡੀ ਦੇ ਕੋਲੇ ਆ ਜਾਂਦੀ। ਹੁਣ ਜਲਾਹਾ ਤਾਣੇ ਨੂੰ ਗੱਡੀ ਨਾਲ ਜੋੜ ਕੇ ਆਪਣੀਆਂ ਦੋਵੇਂ ਲੱਤਾਂ ਗੱਡੀ ਦੇ ਗੱਡੇ ਟੋਏ ਵਿੱਚ ਲਮਕਾ ਕੇ ਤਾਣੇ ਦੇ ਵਿੱਚੋਂ ਦੀ ਪੇਟੇ ਦੇ ਸੂਤੀ ਤੰਦਾਂ ਨੂੰ ਸੱਜੇ ਤੇ ਖੱਬੇ ਪਾਸੇ ਲੰਘਾ ਕੇ ਆਪਣੀ ਮਰਜ਼ੀ ਦੇ ਖੱਦਰ ਨੂੰ ਬੁਣ ਲੈਂਦਾ। ਜ਼ਰੂਰੀ ਦੱਸਣ ਵਾਲੀ ਗੱਲ ਇਹ ਹੈ ਕਿ ਕਪਾਹ ਤੇ ਨਰਮਾ ਦੋਵੇਂ ਫਸਲਾਂ ਇੱਕੋ ਹੀ ਫਸਲ ਦੀਆਂ 2 ਕਿਸਮਾਂ ਹੁੰਦੀਆਂ ਹਨ, ਪਰ ਨਰਮੇ ਦੀਆਂ ਫੁੱਟੀਆਂ ਦਾ ਰੇਸ਼ਾ ਕਪਾਹ ਨਾਲੋਂ ਵਧੀਆ ਮਜ਼ਬੂਤ ਤੇ ਮਹਿੰਗਾ ਹੁੰਦਾ ਹੈ। ਦੋਵੇਂ ਕਿਸਮ ਦੀਆਂ ਫੁੱਟੀਆਂ ਵਿੱਚ ਖਾਕੀ ਰੰਗ ਵੀ ਹੁੰਦਾ ਹੈ, ਜੋ ਘੱਟ ਤੇ ਲੋੜ ਮੁਤਾਬਕ ਵੱਖਰਾ ਬੀਜਿਆ ਜਾਂਦਾ ਹੈ। ਪੰਜਾਬ ਦੇ ਮਾਲਵੇ ਇਲਾਕੇ ਦੇ ਕਪਾਹ ਪੱਟੀ ਵਿੱਚ ਹੁਣ ਵੀ ਕਾਫੀ ਵੱਡੇ ਰਕਬੇ ਵਿੱਚ ਕਪਾਹ ਬੀਜੀ ਜਾ ਰਹੀ ਹੈ, ਪਰ ਇੱਥੇ ਦੋਨਾਂ ਖੇਤਰ ਵਿੱਚ ਕਪਾਹ ਦੀ ਬਜਾਈ ਅਤੇ ਖੱਦਰ ਬੁਣਨ ਦਾ ਸੱਭਿਆਚਾਰ ਬਿਲਕੁਲ ਖਤਮ ਤੇ ਬਦਲ ਗਿਆ ਹੈ। ਪਿੰਡ ਕਾਲਵਾ ਦੋਨਾਂ ਦੇ ਜਲਾਹੇ ਵੈਸੇ ਤਾਂ ਸਾਰੇ ਹੀ ਖੱਦਰ ਬੁਣਨ ਦੇ ਮਾਹਰ ਸਨ। ਉਹ ਖੱਦਰ ਦੇ ਲੰਬੇ ਲੰਬੇ ਥਾਨ, ਜਿਸ ਨੂੰ ਕੋਰਾ ਖੱਦਰ ਕਹਿੰਦੇ ਹੁੰਦੇ ਸਨ, ਤੇ ਖੇਸ ਤੇ ਖੇਸੀਆਂ ਵੀ ਬਣਾਉਂਦੇ ਹੁੰਦੇ ਸੀ। ਪਰ ਉਹਨਾਂ ਵਿੱਚ ਇੱਕ ਨੌਜਵਾਨ ਜਲਾਹਾ ਵਲੀ ਮੁਹੰਮਦ ਪੁੱਤਰ ਇਲਮਦੀਨ ਖੇਸ ਬੁਣਨ ਦਾ ਬਹੁਤ ਮਾਹਰ ਹੋ ਗਿਆ ਸੀ। 1947 ਈਸਵੀ ਤੋਂ ਪਹਿਲੋਂ ਮੈਂ ਬਚਪਨ ਵੇਲੇ
ਵਲੀ ਦੇ ਛੋਟੇ ਭਰਾ ਅਲੀ ਮੁਹੰਮਦ ਦਾ ਹਮਜ਼ਮਾਤੀ ਹੋਣ ਕਰਕੇ ਉਹਨਾਂ ਦੇ ਘਰ ਜਾਂਦਾ ਹੁੰਦਾ ਸੀ ਤਾਂ ਦੇਖਦਾ ਹੁੰਦਾ ਸੀ ਕਿ ਵਲੀ ਮੁਹੰਮਦ ਵੰਨ-ਸਵੰਨੀਆਂ ਡਬਲ ਡੱਬੀਆਂ ਵਾਲੇ ਤੇ ਹੋਰ ਵੀ ਕਈ ਡਿਜ਼ਾਈਨਾਂ ਦੇ ਖੇਸ ਬੁਣ ਰਿਹਾ ਹੁੰਦਾ ਸੀ। ਮੈਂ ਉਸਦੇ ਹੱਥਾਂ ਵਿਚਲੀ ਕਲਾ ਦੇਖ ਕੇ ਬਹੁਤ ਪ੍ਰਭਾਵਿਤ ਹੁੰਦਾ ਰਹਿੰਦਾ ਸੀ। ਉਸ ਵੇਲੇ ਇਹ ਵੀ ਸੁਣਿਆ ਸੀ ਜਦੋਂ ਮਹਾਰਾਸ਼ਟਰ ਤੇ ਗੁਜਰਾਤ ਇੱਕੋ ਹੀ ਸਨ ਤੇ ਵੱਡਾ ਸੂਬਾ ਬੰਬਈ ਦੇ ਨਾਂ ਉੱਤੇ ਪ੍ਰਸਿੱਧ ਸੀ ਤਾਂ ਸ਼ਹਿਰ ਅਹਿਮਦਾਬਾਦ ਵਿਖੇ ਕੱਪੜਾ ਬਣਾਉਣ ਦੇ ਕਾਰਖਾਨੇ ਬਹੁਤ ਹੁੰਦੇ ਸਨ। ਉੱਥੋਂ ਦੇ ਮੌਸਮ ਬਾਰੇ ਸੁਣਿਆ ਸੀ ਜੋ ਧਾਗਾ ਘੱਟ ਜਾਂ ਨਾ ਟੁੱਟਣ ਦੇ ਅਨੁਕੂਲ ਹੋਣ ਕਰਕੇ ਸੀ। ਕੱਪੜੇ ਦੇ ਬਣੇ ਵਸਤਰ ਤੇ ਪਹਿਰਾਵੇ ਨਗਨ ਕਾਲ ਤੋਂ ਮਗਰੋਂ ਮਨੁੱਖ ਨੇ ਸੱਭਿਅਕ ਹੋ ਕੇ ਤੰਦਾਂ ਤੇ ਤਾਣੇ ਨੂੰ ਆਪਸ ਵਿੱਚ ਬੁਣ ਕੇ ਕੱਪੜੇ ਵਰਗੀ ਸ਼ਕਲ ਦੀ ਕੋਈ ਵਸਤੂ ਬਣਾਈ ਜਾ ਸਕਣ ਦੀ ਸੰਭਾਵਨਾ ਕਰ ਲਈ ਸੀ। ਇਸ ਕਰਕੇ ਉਹਨਾਂ ਕੱਪੜੇ ਦਾ ਪਹਿਲਾ ਰੂਪ ਤਿਆਰ ਕੀਤਾ ਹੋਵੇਗਾ। ਉਸ ਤੋਂ ਮਗਰੋਂ ਉਹਨਾਂ ਹੋਰ ਸੱਭਿਅਕ ਹੋ ਕੇ ਕੋਸ਼ਿਸ਼ ਚਾਲੂ ਰੱਖੀ ਹੋਵੇਗੀ ਤੇ ਕੱਪੜੇ ਦੇ ਮੁੱਢਲੇ ਰੂਪ ਵੀ ਬਦਲਦੇ ਗਏ ਹੋਣਗੇ। ਨਾਲੋਂ ਨਾਲ ਕੱਪੜੇ ਵਰਗੇ ਬਣੇ ਟੁਕੜੇ ਨੂੰ ਆਪਣੇ ਸਰੀਰ ਉੱਪਰ ਲਪੇਟਣਾ ਸ਼ੁਰੂ ਕਰ ਦਿੱਤਾ ਹੋਵੇਗਾ ਤੇ ਪੂਰੇ ਸਰੀਰ ਵਾਸਤੇ ਇੱਕ ਹੀ ਵਸਤਰ ਜੋ ਚੋਲੇ ਦੀ ਸ਼ਕਲ ਦਾ ਹੋਵੇਗਾ ਉਹਨਾਂ ਦਾ ਪਹਿਲਾ ਪਹਿਰਾਵਾ ਬਣਿਆ ਹੋਵੇਗਾ। ਉਸ ਤੋਂ ਮਗਰੋਂ ਜਿਵੇਂ ਜਿਵੇਂ ਉਹ ਹੋਰ ਸੱਭਿਅਕ ਹੁੰਦੇ ਗਏ ਕੱਪੜੇ ਦੀ ਬਣਤਰ ਤੇ ਸਰੀਰਕ ਵਸਤਰਾਂ ਵਿੱਚ ਵੀ ਹੋਰ ਸੁਧਾਰ ਤੇ ਤਰੱਕੀ ਦਾ ਪਹੀਆ ਪੜਾਅ ਮੁਤਾਬਕ ਅੱਗੇ ਬਲ ਵਧਣ ਲੱਗ ਪਿਆ ਹੋਵੇਗਾ। ਮਨੁੱਖੀ ਸਰੀਰ ਨੂੰ 3 ਮੁੱਖ ਹਿੱਸਿਆਂ ਵਿੱਚ ਵੰਡ ਕੇ ਸਿਰ ਨੂੰ ਗਰਮੀ ਤੇ ਸਰਦੀ ਤੋਂ ਬਚਾਉਣ ਵਾਸਤੇ ਕੋਈ ਕੱਪੜਾ ਪੱਗ ਵਾਂਗੂ ਲਪੇਟਣਾ ਸ਼ੁਰੂ ਕੀਤਾ ਹੋਵੇਗਾ। ਧੌਣ ਤੋਂ ਲੈ ਕੇ ਚੂਲੇ ਵਾਲੇ ਸਰੀਰਕ ਮੋੜ ਤੱਕ ਚੂਲੇ ਵਰਗਾ ਕੱਪੜਾ ਤੇ ਲੱਕ ਤੋਂ ਲੈ ਕੇ ਪੈਰਾਂ ਤੱਕ ਪਜਾਮੇ ਵਰਗੇ ਵਸਤਰ ਵਾਲਾ ਕੱਪੜਾ ਭਾਵ ਉਹਨਾਂ ਦੇ ਇਸ ਦੂਰੇ ਪਹਿਰਾਵੇ ਦੇ ਸਰੀਰ ਦੇ 3 ਹਿੱਸਿਆਂ ਵਾਂਗੂ 3 ਹੀ ਵਸਤਰ ਉਹਨਾਂ ਦੇ ਪਹਿਲੇ ਤੇ ਵੱਖ-ਵੱਖ ਵਸਤਰ ਬਣੇ ਹੋਣਗੇ ਤੇ ਉਹਨਾਂ ਦੇ ਵੱਖ-ਵੱਖ ਨਾਂ ਵੀ ਰੱਖ ਲਏ ਹੋਣਗੇ। ਇਸੇ ਤਰ੍ਹਾਂ ਪੈਰਾਂ ਨੂੰ ਵੀ ਮੌਸਮਾਂ ਦੀ ਮਾਰ ਤੋਂ ਬਚਾਉਣ ਵਾਸਤੇ ਜੁੱਤੀ ਦੀ ਕਾਢ ਕੱਢੀ ਗਈ ਹੋਵੇਗੀ ਜੋ ਕਈ ਰੂਪਾਂ ਤੇ ਪੜਾਵਾਂ ਵਿੱਚੋਂ ਦੀ ਹੁੰਦੀ ਹੋਈ ਮੌਜੂਦਾ ਰੂਪ ਵਿੱਚ ਸਾਡੇ ਤੱਕ ਪੁੱਜੀ ਹੈ। ਵਸਤਰਾਂ ਦੇ ਨਾਂ ਕੱਪੜੇ ਦੀ ਕਾਢ ਨਿਕਲਣ ਤੋਂ ਮਗਰੋਂ ਮਨੁੱਖ ਨੇ ਹੋਰ ਸੱਭਿਅਕ ਹੋ ਕੇ ਕਾਫੀ ਲੰਮੇ ਸਮੇਂ ਤੱਕ ਹੋ ਸਕਦਾ ਕਿ ਚੋਲੇ ਵਾਲੀ ਸ਼ਕਲ ਦਾ ਖੁੱਲ੍ਹਾ ਜਿਹਾ ਇੱਕੋ ਹੀ ਵਸਤਰ ਪਾਇਆ ਹੋਵੇ। ਉਸ ਤੋਂ ਮਗਰੋਂ ਮਨੁੱਖ ਨੇ ਬੈਠਣ ਲੇਟਣ ਸੌਣ ਤੁਰਨ ਫਿਰਨ ਨੂੰ ਹੋਰ ਸੁਖਾਲਾ ਬਣਾਉਣ ਵਾਸਤੇ ਪਹਿਲੋਂ ਕਹੇ ਗਏ ਮੁਤਾਬਕ ਮਨੁੱਖੀ ਸਰੀਰ ਨੂੰ 3 ਹਿੱਸਿਆਂ ਵਿੱਚ ਵੰਡ ਕੇ ਹਰ ਹਿੱਸੇ ਵਾਸਤੇ ਵੱਖ-ਵੱਖ ਕਿਸਮ ਦੇ ਐਸੇ ਵਸਤਰ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇ ਜੋ ਸਾਰਿਆਂ ਕੋਣਾਂ ਤੋਂ ਠੀਕ ਹੀ ਉਤਰਦਾ ਹੋਵੇ। ਇਹਨਾਂ ਜ਼ਿਆਦਾ ਸੋਚਣ ਤੇ ਵੱਖ-ਵੱਖ ਸ਼ਕਲਾਂ ਰੂਪਾਂ ਵਾਲੇ ਕੱਪੜੇ ਪਾ ਕੇ ਤੇ ਵਰਤ ਕੇ ਦੇਖਣ ਤੋਂ ਮਗਰੋਂ ਹੀ ਇਹਨਾਂ 3 ਵਸਤਰਾਂ ਬਾਰੇ ਫੈਸਲਾ ਲਿਆ ਹੋਵੇਗਾ ਤੇ ਨਾਂ ਰੱਖਣ ਨੂੰ ਅੰਤਮ ਰੂਪ ਦਿੱਤਾ ਗਿਆ ਹੋਵੇਗਾ। ਸਿਰ ਦੇ ਵਸਤਰ ਪਗੜੀ ਪਗੜੀ ਮਨੁੱਖੀ ਸਰੀਰ ਨੂੰ ਸਿਰਫ ਗਰਮੀ ਤੇ ਸਰਦੀ ਦੀ ਮਾਰ ਤੋਂ ਹੀ ਨਹੀਂ ਬਚਾਉਂਦੀ ਸਗੋਂ ਕਿਸੇ ਕਿਸਮ ਦੀ ਸੱਟ ਚੋਟ ਲੱਗਣ ਤੋਂ ਵੀ ਬਚਾਉਂਦੀ ਹੈ। ਇਹ ਮਨੁੱਖ ਦੇ ਸਰੀਰ ਤੇ ਸਜਾ ਬਾਦਸ਼ਾਹੀ ਤਾਜ ਦਾ ਪ੍ਰਤੀਕ ਤੇ ਸਰਦਾਰੀ ਦੀ ਨਿਸ਼ਾਨੀ ਤੇ ਪਛਾਣ ਵੀ ਬਣਦੀ ਹੈ। ਮਨੁੱਖੀ ਸਿਰ ਮਨੁੱਖੀ ਸਰੀਰ ਦੇ ਸਾਰੇ ਅੰਗਾਂ ਤੋਂ ਜ਼ਿਆਦਾ ਨਾਜ਼ੁਕ ਹੋਣ ਕਰਕੇ ਕੁਦਰਤ ਨੇ ਇਸ ਨੂੰ ਸਰੀਰ ਦੇ ਉੱਪਰਲੇ ਹਿੱਸੇ ਦੀ ਥਾਂ ਉੱਤੇ ਜਗ੍ਹਾ ਦਿੱਤੀ ਹੈ। ਸਿਰ ਦੇ ਅੰਦਰ ਮਨੁੱਖੀ ਦਿਮਾਗ ਹੋਣ ਕਰਕੇ ਉਸ ਦੇ 4 ਚਫੇਰੇ ਮਜ਼ਬੂਤ ਹੱਡੀ ਬਣਾਈ ਹੋਈ ਹੈ ਜੋ ਦਿਮਾਗ ਦੀ ਸੁਰੱਖਿਆ ਹੀ ਨਹੀਂ ਕਰਦੀ ਬਲਕਿ 4 ਹੋਰ ਗਿਆਨ ਇੰਦਰੀਆਂ ਜਿਵੇਂ ਦੇਖਣ ਵਾਸਤੇ ਅੱਖਾਂ, ਸੁਣਨ ਵਾਸਤੇ ਕੰਨ, ਸੁੰਘਣ ਤੇ ਸਾਹ ਲੈਣ ਤੇ ਛੱਡਣ ਵਾਸਤੇ ਨੱਕ, ਭੋਜਨ ਦਾ ਸਵਾਦ ਚੱਖਣ ਤੇ ਖਾਣ ਵਾਸਤੇ ਦੰਦ, ਮੂੰਹ ਅਤੇ ਬੋਲਣ ਵਿੱਚ ਮਦਦ ਕਰਨ ਵਾਸਤੇ ਜੀਭ ਤੇ ਦੰਦਾਂ ਨੂੰ ਢੱਕਣ ਤੇ ਸੁਰੱਖਿਆ ਦੇਣ ਵਾਸਤੇ ਬੁੱਲ੍ਹ ਵੀ ਚਿਹਰੇ ਦੀ ਹੱਡੀ ਨਾਲ ਜੁੜੇ ਹਨ। ਇਹ ਸਾਰੇ ਅੰਗ ਤੇ ਗਿਆਨ ਇੰਦਰੀਆਂ ਵੀ ਬਹੁਤ ਨਾਜ਼ੁਕ ਹਨ ਜੋ ਦਿਮਾਗ ਦੇ ਨੇੜੇ ਰੱਖੀਆਂ ਗਈਆਂ ਤੇ ਤਾਰਾਂ ਰਾਹੀਂ ਇਹਨਾਂ ਦਾ ਦਿਮਾਗ ਨਾਲ ਸਿੱਧਾ ਲਿੰਕ ਹੁੰਦਾ ਹੈ। ਕੰਨਾਂ ਤੇ ਦਿਮਾਗ ਨੂੰ ਸੁਰੱਖਿਆ ਦੇਣ ਵਾਸਤੇ ਪਗੜੀ ਨਾਲ ਢੱਕ ਲਿਆ ਜਾਂਦਾ ਹੈ ਤੇ ਬਾਕੀ ਹੋਰ 3 ਗਿਆਨ ਇੰਦਰੀਆਂ ਨੂੰ ਇਸੇ ਕਰਕੇ ਨਹੀਂ ਢਕਿਆ ਜਾਂਦਾ ਤਾਂ ਕਿ ਉਹ ਆਪਣਾ ਕੰਮ ਖੁੱਲ੍ਹਾ ਰਹਿ ਕੇ ਕਰ ਸਕਣ। ਪਗੜੀ ਸਿੱਖ ਧਰਮ ਦੇ ਹੋਂਦ ਵਿੱਚ ਆਉਣ ਦੇ ਵੇਲੇ ਤੋਂ ਹੀ ਨਹੀਂ ਹੋਂਦ ਵਿੱਚ ਆਈ ਸਗੋਂ ਇਹ ਤਾਂ ਹਜ਼ਾਰਾਂ ਸਾਲ ਪਹਿਲਾਂ ਤੋਂ ਹੀ ਮਨੁੱਖੀ ਸਿਰ ਦੀ ਸ਼ਾਨ ਬਣੀ ਹੋਈ ਹੈ। ਇਸ ਨੂੰ ਪੁਰਾਣੇ ਸਮੇਂ ਤੋਂ ਸਾਰੇ ਧਰਮਾਂ ਨੇ ਪ੍ਰਵਾਨ ਕੀਤਾ ਹੋਇਆ। ਫੈਸ਼ਨ ਪ੍ਰਸਤੀ ਕਰਕੇ ਲੋਕ ਇਸ ਤੋਂ ਦੂਰ ਹੁੰਦੇ ਜਾ ਰਹੇ ਨੇ। ਸਿੱਖ ਧਰਮ ਨੇ ਸਿਰਾਂ ਦੇ ਵਾਲਾਂ ਦੀ ਸੰਭਾਲ ਤੇ ਸਿੱਖੀ ਦੀ ਪਛਾਣ ਵਾਸਤੇ ਇਸ ਨੂੰ ਸਿੱਖ ਧਰਮ ਦੇ ਪਹਿਰਾਵੇ ਦਾ ਜ਼ਰੂਰੀ ਹਿੱਸਾ ਬਣਾਇਆ ਹੋਇਆ। ਫਿਰ ਵੀ ਇਸ ਨਵੇਂ ਤੇ ਵਿਗਿਆਨਕ ਧਰਮ ਵਿੱਚ ਫੈਸ਼ਨ ਪ੍ਰਸਤੀ ਦਾ ਰੋਗ ਆ ਵੜਿਆ ਹੈ। ਕਈ ਪੀੜ੍ਹੀਆਂ ਤੋਂ ਲਗਾਤਾਰ ਚੱਲੇ ਆ ਰਹੇ ਸਿੱਖੀ ਸਰੂਪ ਵਾਲੇ ਪਰਿਵਾਰਾਂ ਦੀ ਅਗਲੀ ਪੀੜ੍ਹੀ ਦੀ ਮੁੰਡੀਰ ਦਸਤਾਰ ਤੋਂ ਦੂਰ ਹੁੰਦੀ ਹੀ ਨਹੀਂ ਜਾ ਰਹੀ ਸਗੋਂ ਨੌਜਵਾਨ ਨਾਈਆਂ ਕੋਲੋਂ ਸਵੇਰੇ ਸਵੇਰੇ ਆਪਣਾ ਮੂੰਹ ਪਾਣੀ ਤੇ ਸਾਬਣ ਦੀ ਝੱਗ ਨਾਲ ਗਿੱਲਾ ਕਰਵਾ ਕੇ ਚਪੇੜਾਂ ਖਾਂਦੇ ਵੰਨ-ਸਵੰਨੇ ਡਿਜ਼ਾਈਨ ਦੇ ਖੱਤ ਕਢਵਾਉਂਦੇ ਦੇਖੇ ਜਾਂਦੇ ਹਨ। ਉਹਨਾਂ ਦੇ ਵੱਡੇ ਵਡੇਰਿਆਂ ਨੇ ਪਿਛਲੀਆਂ 2 ਆਲਮੀ ਜੰਗਾਂ ਵੇਲੇ ਵੀ ਪੱਗ ਉੱਪਰ ਲੋਹ ਢੋਪ ਨਹੀਂ ਰੱਖਿਆ ਸੀ। ਪਗੜੀ ਕੋਈ ਨੁਕਸਾਨ ਨਹੀਂ ਕਰਦੀ ਸਗੋਂ ਸਿਰ ਨੂੰ ਸੁਰੱਖਿਆ ਬਖਸ਼ਦੀ ਹੈ ਤੇ ਸਾਡੇ ਸਿਰ ਦਾ ਤਾਜ ਹੈ। ਪਗੜੀ ਨੂੰ ਦਸਤਾਰ ਵੀ ਕਿਹਾ ਜਾਂਦਾ ਜੋ ਫਾਰਸੀ ਭਾਸ਼ਾ ਦਾ ਸ਼ਬਦ ਹੈ। ਦਸਤ ਦਾ ਅਰਥ ਹੁੰਦਾ ਹੈ ਭਾਵ ਹੱਥਾਂ ਨਾਲ ਸਿਰ 'ਤੇ ਸਜਾਇਆ ਹੋਇਆ ਕੱਪੜਾ। ਇਸ ਨੂੰ ਹਿੰਦੂ ਤੇ ਮੁਸਲਮਾਨ ਭਾਈਚਾਰੇ ਵੀ ਸਿਰ ਉੱਤੇ ਸਜਾਉਂਦੇ ਰਹੇ ਹਨ ਤੇ ਹੁਣ ਵੀ ਸਜਾ ਰਹੇ ਹਨ। ਫਰਕ ਸਿਰਫ ਹੈ ਇਸ ਨੂੰ ਸਜਾਉਣ ਦਾ ਢੰਗ ਤਰੀਕਾ ਵੱਖੋ ਵੱਖ ਤੇ ਆਪਣਾ ਹੈ।
ਪਗੜੀ ਨੂੰ ਗੁਰੂਆਂ, ਪੈਗੰਬਰਾਂ, ਸਾਧੂਆਂ, ਸੰਤਾਂ, ਰਾਜਿਆਂ, ਮਹਾਰਾਜਿਆਂ ਨੇ ਵੀ ਸਿਰ ਦਾ ਸ਼ਿੰਗਾਰ ਮੰਨਿਆ ਹੈ। ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ। ਸਾਰੇ ਸੱਭਿਆਚਾਰਾਂ ਦਾ ਅਧਿਆਤਮਕ ਜਗਤ ਇਸ ਵਸਤ ਨੂੰ ਅਤ ਵਿਸ਼ੇਸ਼ ਸਤਿਕਾਰ ਦਾ ਪਾਤਰ ਮੰਨਦਾ ਹੋਇਆ ਇਸ ਨੂੰ ਅਣਖ, ਗੈਰਤ ਤੇ ਇੱਜ਼ਤ ਦਾ ਚਿੰਨ੍ਹ ਵੀ ਸਮਝਦਾ ਹੈ। ਜੋ ਸਾਫ਼ ਗੋਈ ਤੇ ਪਾਕ, ਸਾਫ਼ ਤੇ ਪਵਿੱਤਰ ਚਰਿੱਤਰ ਦੀ ਲਖਾਇਕ ਹੈ ਅਤੇ ਜੋ ਪਗੜੀ ਵਾਲੇ ਮਨੁੱਖ ਦਾ ਰਿਪੋਰਟ ਕਾਰਡ ਸਮਝਿਆ ਜਾਂਦਾ ਹੈ। ਪਗੜੀ ਦੇ ਛੋਟੇ ਵੱਡੇ ਕਈ ਰੂਪ ਹੁੰਦੇ ਹਨ, ਜਿਵੇਂ ਚੀਰਾ, ਸਾਫਾ ਪਟਕਾ, ਰੁਮਾਲਾ, ਰੁਮਾਲੀ ਤੇ ਸਰੋਪਾ ਹੈ, ਪਰ 50 ਇਸ ਦਾ ਹਿੱਸਾ ਹੁੰਦੀ ਹੈ। ਇਸਲਾਮ ਜਗਤ ਵਿੱਚ ਸਦੀਆਂ ਤੋਂ ਦਸਤਾਰ ਦਾ ਪ੍ਰਚਲਨ ਉਹਨਾਂ ਦੀ ਹਰ ਰੀਤ ਰਵਾਇਤ ਦਾ ਗਵਾਹ ਰਿਹਾ ਅਤੇ ਸਿੱਖ ਦੀ ਦਸਤਾਰ ਦਾ ਸਬੰਧ ਸਿਰਫ ਸਰੀਰਕ ਸੁਹੱਪਣ ਨਾਲ ਹੀ ਨਹੀਂ, ਸਗੋਂ ਇਸ ਦਾ ਸਬੰਧ ਤਾਂ ਉਸ ਦੀ ਅਧਿਆਤਮਕ ਨਿਸ਼ਠਾ, ਪ੍ਰਤਿਸ਼ਠਾ ਤੇ ਉਸ ਨੂੰ ਪ੍ਰਭੂ ਦਰ ਤੱਕ ਪ੍ਰਵਾਨ ਚੜਾਉਣ ਨਾਲ ਹੈ। ਬ੍ਰਹਮੋ ਸਮਾਜ ਦੇ ਬਾਨੀ ਰਾਜਾ ਰਾਮ ਮੋਹਨ ਰਾਏ, ਸਵਾਮੀ ਵਿਵੇਕਾਨੰਦ, ਸਵਾਮੀ ਦਇਆਨੰਦ, ਸ਼੍ਰੀ ਰਾਧਾ ਕ੍ਰਿਸ਼ਨਨ ਆਦਿ ਸਭ ਹਿੰਦੂ ਸ਼ਖਸੀਅਤਾਂ ਪਗੜੀ ਦਾ ਮਹੱਤਵ ਸਮਝਦੀਆਂ ਹੋਈਆਂ ਇਸ ਨੂੰ ਯੋਗ ਥਾਂ ਦੇ ਕੇ ਫਖਰ ਮਹਿਸੂਸ ਕਰਦੀਆਂ ਸਨ। ਕਈ ਐਸੇ ਮੌਕੇ ਵੀ ਆਏ ਹਨ ਜਦੋਂ ਸਿੱਖ ਨੌਜਵਾਨਾਂ ਦੇ ਸਿਰਾਂ ਉੱਤੇ ਸਜੀਆਂ ਹੋਈਆਂ ਦਸਤਾਰਾਂ ਨੂੰ ਦੇਖ ਕੇ ਉੱਥੋਂ ਦੀ ਸਭ ਤੋਂ ਉੱਚਤਮ ਹਸਤੀ ਦੇ ਮਨ ਨੂੰ ਵੀ ਦਸਤਾਰ ਨੇ ਟੁੰਬ ਲਿਆ ਸੀ ਤੇ ਦਸਤਾਰ ਸਜਾਉਣ ਦਾ ਬੁਲਾਵਾ ਵੀ ਦੇ ਦਿੱਤਾ ਸੀ। ਇੱਥੋਂ ਤੱਕ ਕਿ ਪਿਛਲੇ ਦਿਨੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਤ੍ਰਿਵੱਤਰ ਕੈਮਰੂਨ ਨੇ ਸਿੱਖ ਨੌਜਵਾਨਾਂ ਨੂੰ ਆਪਣੀ ਰਿਹਾਇਸ਼ 'ਤੇ ਬੁਲਾ ਕੇ ਆਪਣੇ ਸਿਰ ਉੱਤੇ ਸੁੰਦਰ ਦਸਤਾਰ ਸਜਾਉਣ ਦਾ ਲੁਤਫ ਵੀ ਲਿਆ ਸੀ। ਸਨਾਤਨ ਮਤ ਨਾਲ ਸੰਬੰਧਿਤ ਕੁਝ ਕੁ ਮਹਾਂਪੁਰਖਾਂ ਨੇ ਇਸ ਦੀ ਅਹਿਮੀਅਤ ਨੂੰ ਸਮਝਿਆ, ਪਰ ਸਿੱਖ ਜਗਤ ਨੇ ਸਾਹਾਂ ਦੀ ਰੌਂ ਦੇ ਸਮਾਨ ਅੰਗ ਸੰਗ ਰਹਿਣ ਵਾਲੀ ਤੇ ਜਾਨ ਤੋਂ ਵੀ ਪਿਆਰੀ ਅਣਮੁੱਲੀ ਸੌਗਾਤ ਵਜੋਂ ਸੰਭਾਲਿਆ। ਸਮੇਂ ਸਮੇਂ 'ਤੇ ਸਿੱਖ ਜਵਾਨੀ ਨੇ ਇਸ ਦੀ ਸਜਾਵਟ ਤੇ ਸੰਭਾਲ ਵੱਲ ਉਚੇਚਾ ਧਿਆਨ ਦਿੱਤਾ ਤੇ ਅੱਜ ਫੈਸ਼ਨ ਦੇ ਦੌਰ ਵਿੱਚ ਵੀ ਇਹ ਦਸਤਾਰ ਸਿੱਖਾਂ ਤੋਂ ਇਲਾਵਾ ਅਨੇਕਾਂ ਗੈਰ ਸਿੱਖਾਂ ਲਈ ਵੀ ਸਿਰ ਦੇ ਤਾਜ ਵਜੋਂ ਸਥਾਪਿਤ ਹੋਣ ਦੀ ਪ੍ਰਬਲ ਸੰਭਾਵਨਾ ਰੱਖਦੀ ਹੈ। ਵਿਰਸੇ ਵਿੱਚ ਮਿਲੀ ਇਸ ਅਨਮੋਲ ਦਾਤ ਦੀ ਅਹਿਮੀਅਤ ਨੂੰ ਪਛਾਣ ਕੇ ਹਰੀ ਸਿੰਘ ਜਾਚਕ ਨੇ ਵੀ ਕਿਹਾ ਹੈ, ਐਸੀ ਖਿੱਚ ਕੇ ਬੰਨ ਦਸਤਾਰ ਸੋਹਣੀ, ਸਰਦਾਰੀ ਝਲਕਦੀ ਦਿਸੇ ਦਸਤਾਰ ਵਿੱਚੋਂ। ਜੇ ਅੱਜ ਤੋਂ 60-70 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਵੇਲੇ ਪੱਗ ਮਲਮਲੀ ਕੱਪੜੇ ਦੀ ਪਸੰਦ ਕੀਤੀ ਜਾਂਦੀ ਰਹੀ ਸੀ। ਆਮ ਲੋਕ ਮਾਇਆ ਲੱਗੀ ਪੱਗ ਬੰਨ੍ਹਦੇ ਸਨ। ਮਾਇਆ ਨੂੰ ਘਰ ਵਿੱਚ ਹੀ ਬਣਾਉਣ ਵਾਸਤੇ ਆਟੇ ਨੂੰ ਬਰੀਕ ਕੱਪੜੇ ਨਾਲ ਛਾਣ ਕੇ ਕੁਝ ਮੈਦਾ ਤੇ ਪਾਣੀ ਕਿਸੇ ਕੜਾਹੀ ਵਿੱਚ ਪਾ ਕੇ ਚੁੱਲ੍ਹੇ 'ਤੇ ਰੱਖ ਕੇ ਗਰਮ ਕਰਕੇ ਬਣਾ ਲਿਆ ਜਾਂਦਾ ਸੀ ਤੇ ਪੱਗ ਨੂੰ ਮਾਇਆ ਲਾ ਕੇ ਸੁਕਾ ਲਿਆ ਜਾਂਦਾ ਸੀ ਤੇ ਸੁੱਕੀ ਹੋਈ ਪੱਗ ਮਰਜ਼ੀ ਮੁਤਾਬਕ ਸਿਰ 'ਤੇ ਸਜਾਈ ਜਾਂਦੀ ਸੀ। ਕੁਝ ਨੌਜਵਾਨ ਤੁਰਲਾ ਰੱਖਣ, ਸਜਾਉਣ ਤੇ ਕੁਝ ਪਿਛਲਾ ਲੜ ਲੰਬਾ ਰੱਖਣ ਤੇ ਮੋਢੇ ਤੋਂ ਅੱਗੇ ਕੱਢ ਕੇ ਰੱਖਣ ਦਾ ਵੀ ਸ਼ੌਕ ਰੱਖਦੇ ਹੁੰਦੇ ਹਨ। ਪੰਜਾਬ ਪੁਲਿਸ ਦੇ ਮਹਿਕਮੇ ਵਿੱਚ ਸਿੱਖ ਤਾਂ ਆਮ ਖਾਕੀ ਪਗੜੀ ਸਜਾਉਂਦੇ ਹੁੰਦੇ ਸਨ, ਪਰ ਹਿੰਦੂ ਤੇ ਮੁਸਲਮਾਨ ਸਿਰ ਉੱਤੇ ਉੱਚੀ ਟੋਪੀ ਜੋ ਲਾਲ ਰੰਗ ਦੀ ਹੁੰਦੀ ਸੀ ਸਿਰ ਉੱਤੇ ਰੱਖਦੇ ਹਨ, ਜਿਸ ਨੂੰ ਕੁੱਲਾ ਕਹਿੰਦੇ ਹੁੰਦੇ ਹਨ, ਤੇ ਫਿਰ ਖਾਕੀ ਪੱਗ ਉਸ ਦੇ 4 ਚੁਫੇਰੇ ਬੰਨ੍ਹਦੇ ਹਨ। ਉਸ ਤੋਂ ਮਗਰੋਂ ਹੋਰ ਸਰਕਾਰੀ ਮੁਲਾਜ਼ਮ ਵੀ ਜਿਵੇਂ ਚਿੱਠੀ ਰਸਾਇਣ ਤੇ ਦੂਸਰੇ ਵੀ ਤੁਰਲੇ ਵਾਲੀ ਪਗੜੀ ਹੀ ਉਹਨਾਂ ਦੀ ਪਛਾਣ ਬਣਾਉਂਦੀ ਕਰਾਉਂਦੀ ਸੀ। ਪਗੜੀ ਦੀ ਸੋਝ ਸਜਾਵਟ ਤੋਂ ਬਗੈਰ ਜੇਕਰ ਪੰਜਾਬੀ ਸਮਾਜ ਵਿੱਚ ਸਦੀਆਂ ਪੁਰਾਣੇ ਮੁਹਾਵਰੇ ਯੁਕਤ ਭਾਸ਼ਾ ਦੀ ਗੱਲ ਕਰੀਏ ਤਾਂ ਬਹੁਤ ਸਾਰੇ 2-4 ਸ਼ਬਦਾਂ ਦੇ ਸਮੂਹ ਵਾਲੇ ਮੁਹਾਵਰੇ ਰੋਜ਼ ਸੁਣਨ ਨੂੰ ਮਿਲਦੇ ਹਨ, ਜਿਵੇਂ ਪੱਗ ਬਟਾਉਣੀ, ਪੱਗ ਦੀ ਲਾਜ ਰੱਖਣੀ, ਪੱਗ ਨੂੰ ਦਾਗ ਲਾਉਣਾ, ਪੱਗ ਸੰਭਾਲਣੀ, ਪੱਗ ਨੂੰ ਹੱਥ ਪਾਉਣਾ, ਪੱਗ ਪੈਰਾਂ 'ਚ ਰੱਖਣੀ, ਜੋ ਵੱਖ-ਵੱਖ ਡੂੰਘੇ ਅਰਥ ਰੱਖਦੇ ਹਨ। ਇਸੇ ਤਰ੍ਹਾਂ ਕਿਸੇ ਸਤਿਕਾਰਯੋਗ ਹਸਤੀ ਦੇ ਸਵਰਗਵਾਸ ਹੋ ਜਾਣ ਤੋਂ ਮਗਰੋਂ ਉਸ ਦਾ ਜਾਨਸ਼ੀਨ ਯਾਨੀ ਅਗਲਾ ਵਾਰਸ ਚੁਣਨ ਮੌਕੇ ਉਸ ਨੂੰ ਮਾਨਤਾ ਦੇਣ ਵੇਲੇ ਵੀ ਉਸ ਦੇ ਸਿਰ ਉੱਪਰ ਪਗੜੀ ਹੀ ਸਜਾਈ ਜਾਂਦੀ ਹੈ। ਦੋ ਦੋਸਤਾਂ ਵਿੱਚ ਪਿਆਰ ਹੋਰ ਗੂੜਾ ਕਰਨ ਵਾਸਤੇ ਦੋਸਤ ਤੋਂ ਭਰਾ ਬਣਾਉਣ ਲਈ ਪੱਗ ਨੂੰ ਹੀ ਵਟਾਇਆ ਜਾਂਦਾ ਹੈ ਤੇ ਪੱਗ ਵੱਟ ਭਰਾ ਦਾ ਦਰਜਾ ਦਿੱਤਾ ਜਾਂਦਾ ਹੈ ਤੇ ਨਿਭਾਉਣਾ ਵੀ ਜ਼ਰੂਰੀ ਹੋ ਜਾਂਦਾ ਹੈ। ਪਗੜੀ ਸਿਰ ਉੱਪਰ ਸਜਾਉਣ ਵਾਲੇ ਵਸਤਰ ਹੋਣ ਕਰਕੇ ਇਸ ਦੀ ਅਹਿਮੀਅਤ ਸਭ ਵਸਤਰਾਂ ਤੋਂ ਜ਼ਿਆਦਾ ਹੁੰਦੀ ਹੈ। ਪੱਗ ਦੀ ਅਹਿਮੀਅਤ ਬਾਰੇ ਗੱਲ ਕਰਨ ਦੇ ਬਾਅਦ ਹੋਰ ਵਸਤਰਾਂ ਦੇ ਪਹਿਨਣ ਬਾਰੇ ਗੱਲ ਕਰਾਂਗੇ ਅਗਲੇ ਭਾਗ ਵਿੱਚ।